ਰਾਣਾ ਗੁਰਜੀਤ ਨੇ ਨਸ਼ੇ ਨੂੰ ਲੈ ਕੇ ਚੁੱਕੇ ਸਵਾਲ, ਕਿਹਾ ਐਸਐਸਪੀ ਨੂੰ ਕਹਿਣ ਦੇ ਬਾਵਜੂਦ ਵੀ ਨਸ਼ਾ ਤਸਕਰਾਂ ਤੇ ਨਹੀਂ ਹੋਈ ਕਾਰਵਾਈ। ਸਰਕਾਰ ਤਾਂ ਨਸ਼ਾ ਖਤਮ ਕਰਨ ਲਈ ਵਚਨਬੱਧ, ਪਰ ਪੁਲਿਸ ਨਹੀਂ ਦੇ ਰਹੀ ਸਾਥ। ਚੰਡੀਗੜ੍ਹ ਪਹੁੰਚੇ ਰਾਕੇਸ਼ ਟਕੈਤ ਦਾ ਵੱਡਾ ਬਿਆਨ, ਬੀਜੇਪੀ ਕਿਸਾਨਾਂ ਲਈ ਹੀ ਨਹੀਂ ਸਗੋਂ ਦੇਸ਼ ਲਈ ਵੀ ਖਤਰਨਾਕ, ਦੇਸ਼ ਨੂੰ ਤੋੜ ਦੇਵੇਗੀ ਇਹ ਪਾਰਟੀ। ਜਦੋਂ ਤੱਕ ਕਾਨੂੰਨ ਵਾਪਸੀ ਨਹੀਂ ਉਦੋਂ ਤੱਕ ਘਰ ਵਾਪਸੀ ਨਹੀਂ। ਦਿੱਲੀ ਦੇ ਮੋਰਚਿਆਂ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਕਿਸਾਨ, ਕਰਨਾਲ ਤੋਂ ਗੁਰਨਾਮ ਚੁਰੂਨੀ ਦੀ ਅਗਵਾਈ ਵਿੱਚ ਦਿੱਲੀ ਲਈ ਨਿਕਲਿਆ ਕਿਸਾਨਾਂ ਦਾ ਕਾਫਲਾ। ਪਹਿਲਵਾਨ ਸਾਗਰ ਦੇ ਕਤਲ ਮਾਮਲੇ ਵਿੱਚ ਓਲੰਪੀਅਨ ਸੁਸ਼ੀਲ ਕੁਮਾਰ ਗ੍ਰਿਫਤਾਰ, ਸਪੈਸ਼ਲ ਸੈੱਲ ਨੇ ਕੀਤੀ ਗ੍ਰਿਫਤਾਰੀ, ਸੁਸ਼ੀਲ ਦਾ ਸਾਥੀ ਵੀ ਹੋਇਆ ਕਾਬੂ। ਪਾਣੀਪਤ ਵਿੱਚ ਮਾਲ ਗੱਡੀ ਦਾ ਕਹਿਰ, ਮਾਲ ਗੱਡੀ ਦੀ ਚਪੇਟ ਵਿੱਚ ਆਉਣ ਨਾਲ 17 ਗਊਆਂ ਦੀ ਮੌਤ, ਗਾਵਾਂ ਨੂੰ ਅੱਧਾ ਕਿਲੋਮੀਟਰ ਤੱਕ ਘਸੀਟ ਕੇ ਲੈ ਗਈ ਮਾਲ ਗੱਡੀ। ਹਿਮਾਚਲ ਦੇ ਮੰਡੀ ਵਿੱਚ ਕੋਰੋਨਾ ਮਹਾਮਾਰੀ ਵਿਚਾਲੇ ਨਵੀਂ ਸਮੱਸਿਆ, ਮੈਡੀਕਲ ਕਾਲਜ ਵਿੱਚ ਠੀਕ ਹੋਣ ਦੇ ਬਾਵਜੂਦ ਆਈਸੀਯੂ ਬੈੱਡ ਨਹੀਂ ਛੱਡ ਰਹੇ ਕੋਰੋਨਾ ਪੋਜ਼ਿਟਿਵ ਮਰੀਜ਼। पंजाब के टीवी इतिहास दे विच पहली बार कोरोना के मामलों में एक मंच ते जुटे पंजाब भर दे डीसी। संगरूर की है जिलियां दी असल तस्वीर, इस समय स्थिति बड़ी अच्छी थी। न्यूज़ 18 ते बयान किया कोरोना नाल नजिठण दा प्लान। हारेगा कोरोना, जितेगा पंजाब। पंजाब दे मुद्दियां दा मंच, न्यूज़ 18 पंजाब। साडी पहुंच तुहाडी ताकत। ਸਤਿ ਸ਼੍ਰੀ ਅਕਾਲ, ਸਵਾਗਤ ਹੈ ਇੱਕ ਵਾਰ ਫਿਰ ਤੋਂ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਤੁਹਾਡਾ ਨਾਮ ਭੁੱਲਰਜੀਤ ਸਿੰਘ ਤੇ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਅਹਿਮ ਖਬਰ ਦੀ। ਵਿਵਾਦਿਤ ਅਰਦਾਸ ਮਾਮਲਾ ਹੁਣ ਭਖ ਚੁੱਕਿਆ। ਕੌਮੀ ਐਸਸੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਇਸ ਨਾਲ ਸੰਬੰਧਿਤ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਗ੍ਰੰਥੀ ਉੱਤੇ ਧਾਰਾ 295 ਦਾ ਪਰਚਾ ਗਲਤ ਹੈ, ਕਿਹਾ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ। ਕਿਹਾ ਕਿ ਗ੍ਰੰਥੀ ਨੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਸਨ ਤਾਂ ਪਹਿਲੀ ਵਾਰ ਹੋਇਆ ਕਿ ਅਰਦਾਸ ਕਰਕੇ ਪਰਚਾ ਦਰਜ ਕੀਤਾ ਗਿਆ ਹੋਵੇ। ਇਸ ਦਾ ਵੀ ਜ਼ਿਕਰ ਵਿਜੇ ਸਾਂਪਲਾ ਨੇ ਕੀਤਾ। ਉਹਨਾਂ ਨਾਲ ਹੀ ਜ਼ਿਕਰ ਕੀਤਾ ਕਿ ਪੁਲਿਸ ਉੱਤੇ ਵੀ ਦਰਜ ਹੋਣਾ ਚਾਹੀਦਾ ਹੈ ਪਰਚਾ, ਕਿਉਂਕਿ ਗ੍ਰੰਥੀ ਨਾਲ ਅਨਿਆਂ ਹੋਇਆ ਤਾਂ ਕਾਨੂੰਨੀ ਕਾਰਵਾਈ ਕਰਾਂਗੇ। ਇਸ ਗੱਲ ਦੀ ਵੀ ਜਿਹੜੀ ਚੇਤਾਵਨੀ ਆ ਪੁਲਿਸ ਨੂੰ ਕਿਤੇ ਨਾ ਕਿਤੇ ਉਹ ਵੀ ਵਿਜੇ ਸਾਂਪਲਾ ਨੇ ਦਿੱਤੀ। ਉਹਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇਗੀ ਔਰ ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। सिर्फ ये बाकी सिख धर्म का मोढ़ा इस्तेमाल किया गया 295 ए लाने लई। हकीकत ये है कि ओदी जड़ी सीगा कि उन्हें अरदास ये की सी कि अनुसूचित जाति का व्यक्ति का एक मुख्यमंत्री बने। उस आवाज़ नूं दबाउण दी कोशिश की है, क्योंकि उठी आवाज़ जिहड़ी आ किसी मजहबी दे किसी गुरुद्वारे दे विचों पहली बार उठी है कि असीं साडी आस जगी तां असीं चाहुंदे हां। और इस आवाज़ नूं दबाउणा इहदा मकसद है। बाकी तो धर्म की तो आड़ लई गई है। और मैं तो बाकी धर्म के जिन्ने भी मुखी ने उन्होंने सारिਆਂ ਨੂੰ ਕਹਾਂਗਾ कि इस तरह की राजनीति तो पुलिस ਨੂੰ भी गुरेज करने के लिए ਉਹ ਨਸੀਹਤ ਦੇਣ। अगर किसी कमीशन पुलिस अधिकारियों ਨੂੰ तलब करेगा? बिल्कुल। अगर नहीं अगर किसी ਨੂੰ तलब करोगे तुसी? देखिए ऐसा है कि अगर ਉਹਨੂੰ अन्याय ਹੁੰਦਾ ਸਾਨੂੰ ਫਿਰ ਦੱਸਿਆ ਤੇ ਜੋ ਸੰਵਿਧਾਨ ਦੀਆਂ ਮਰਿਆਦਾ 'ਚ ਰਹਿ ਕੇ ਕੰਮ ਕਰਨੇ ਹੁੰਦੇ ਨੇ ਕਮਿਸ਼ਨ ਉਹ ਸਾਰੇ ਹੀ ਕਰੇਗਾ। और उन्होंने उत्ते जिथे भी ਉਹਦੇ ਤੇ ਕਿਤੇ कोताही लिखेगा और जिथे भी ਉਹਨੂੰ अपना कार्रवाई करनी हो करेगा। कोई टाइम दिता है कि इन्ने टाइम च सानू जवाब दिओ? डीजीपी असी तो हाले रिपोर्ट तलब की है कि ਉਹਦੇ ਚ पूरी सानू दस्या जाए कि क्यों लगी क्यों नहीं किया। और वो अगर रिपोर्ट आती है अगर वो खारिज कर दिया तो ठीक है, नहीं है तो इनू प्रतिक्रिया ਨੂੰ ਅਸੀਂ ਅੱਗੇ ਉਹਨੂੰ ਜਿਹੜਾ कमीशन की एक्शन ले सकदा? बहुत वो कुछ हैगे आ जो संविधानिक मर्यादावां दे विच ਉਹਦੇ ਕੋਲ ਆਪਣੀਆਂ ਹੈਗੀਆਂ। और असी दलित समाज नूं इंसाफ दिवाउण दे लई अपनी जो भी कार्रवाई करांगे। अगर मैं तो कहना कि कांग्रेस कहती है कि असी ऐसी बनाने मुख्यमंत्री अकाली दल का, मैं तो उन्होंने भी स्वागत करांगा। अगर कहे आम आदमी पार्टी असी मुख्यमंत्री ऐसियां दा बना करो ना, कहने की हिम्मत तो दिखाओ, हिम्मत कराओ तो असी उन्होंने भी स्वागत करांगे। मेरा डिप्टी सीएम क्यों नहीं, सीएम क्यों नहीं? अगर जे सीएम की किसी ने गल की है तो तुसी बराबरता के मुकाबले च होना तो फिर उदां दी गल्लां करो ना। मैं तो ਉਹਦਾ स्वागत करांगा बतौर एससी कमीशन दे ਜਿਹੜਾ एससीआं ਦੀ ਗੱਲ ਕਰੇਗਾ। सो अगर जे अकाली दल एससी कहे कि मैं एससीआं ਦਾ मुख्यमंत्री बनावांगा मैं तो ਉਹਦਾ भी स्वागत करांगा। कहो तो सही, हिम्मत तो दिखाओ।
ਉਧਰ ਕਾਂਗਰਸੀ ਵਿਧਾਇਕ ਗੁਰਜੀਤ ਰਾਣਾ ਨੇ ਨਸ਼ੇ ਨੂੰ ਲੈ ਕੇ ਸਵਾਲ ਚੁੱਕੇ। ਉਹਨਾਂ ਨੇ ਕਿਹਾ ਕਿ ਮੇਰੇ ਇਲਾਕੇ ਵਿੱਚ ਨਸ਼ਾ ਤਸਕਰਾਂ ਤੇ ਨਹੀਂ ਹੋ ਰਹੀ ਕਾਰਵਾਈ। ਸਿੱਧੇ ਤੌਰ ਦੇ ਉੱਪਰ ਕਈ ਗੰਭੀਰ ਇਲਜ਼ਾਮ ਲਗਾਉਣਾ। ਉਹਨਾਂ ਨੇ ਕਿਹਾ ਕਿ ਐਸਐਸਪੀ ਨੂੰ ਕਹਿਣ ਦੇ ਬਾਅਦ ਵੀ ਕੋਈ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸਰਕਾਰ ਤਾਂ ਵਚਨਬੱਧ ਹੈ ਪਰ ਪੁਲਿਸ ਸਰਕਾਰ ਦਾ ਸਾਥ ਨਹੀਂ ਦੇ ਰਹੀ ਹੈ। ਕਿਹਾ ਰਾਣਾ ਗੁਰਜੀਤ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਦਾ ਕੀਤਾ ਬਚਾਅ ਤੇ ਪੁਲਿਸ ਦੇ ਉੱਪਰ ਉਹਨਾਂ ਨੇ ਸਵਾਲ ਜ਼ਰੂਰ ਖੜੇ ਕੀਤੇ। ਮੈਂ ਐਸਐਸਪੀ ਦੇ ਨੋਟਿਸ ਪਹਿਲਾਂ ਵੀ ਲਿਆਂਦਾ ਸੀ ਔਰ ਮੈਂ ਅੱਜ ਵੀ ਐਸਐਸਪੀ ਨੂੰ ਤੁਹਾਡੇ ਤੋਂ ਪਹਿਲਾਂ ਹੀ ਇੱਕ WhatsApp ਕਰਕੇ ਹਟਿਆ। 2 ASI ਆ, ਇੱਕ ਦਾ ਨਾਮ ਕੁਲਦੀਪ ਸਿੰਘ ਆ, ਦੂਜਾ ਭੁਪਿੰਦਰ ਸਿੰਘ। ਇਹਨਾਂ ਦੇ ਉੱਤੇ ਸਿੱਧੇ ਸਿੱਧੇ ਉਹਨੇ ਰੋਪ ਲਾਏ ਆ ਔਰ ਮੈਂ ਕਹਿੰਦਾ ਕਿ ਵੀ ਐਜ਼ MLA ਮੈਨੂੰ ਸ਼ਰਮ ਆ ਰਹੀ ਆ ਕਿ ਮੇਰੇ ਹਲਕੇ 'ਚ ਡਰੱਗ ਵਿਕੇ। ਐਸਐਸਪੀ ਨੂੰ ਕਹਿਣ ਦੇ ਬਾਅਦ ਵੀ ਕੋਈ ਐਕਸ਼ਨ ਨਾ ਹੋਵੇ, ਇਹ ਤੋਂ ਮਾੜਾ ਕੰਮ ਨਹੀਂ ਹੋ ਸਕਦਾ। ਔਰ ਸਾਡੀ ਸਰਕਾਰ ਵਚਨਬੱਧ ਆ ਕਿ ਅਸੀਂ ਨਸ਼ਾ ਮੁਕਤ ਕਰਨਾ, ਲੇਕਿਨ ਸਰਕਾਰ ਕੱਲੀ ਕੀ ਕਰੂ ਜਦ ਤੱਕ ਪੁਲਿਸ ਸਾਥ ਨਹੀਂ ਦਿੰਦੀ। ਐਸਐਸਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਤੁਸੀਂ IPS ਅਫਸਰ ਹੋ, ਤੁਸੀਂ DGP ਤੱਕ ਪਹੁੰਚਣਾ ਵਾ। ਤੁਹਾਡਾ ਬਹੁਤ ਵੱਡਾ ਮੁਕਾਮ ਹੈ, ਤੁਹਾਡਾ ਬਹੁਤ ਵੱਡਾ ਰੁਤਬਾ ਹੈ। ਤੁਸੀਂ ਸਾਰਿਆਂ ਲੋਕਾਂ ਨੂੰ ਜਸਟਿਸ ਜਿਹੜਾ ਦੇਣਾ ਤੁਹਾਡੀ ਪਹਿਲ ਹੈ। ਤੇ ਲੇਕਿਨ ਅੱਜ MLA ਸਾਹਿਬ ਨੇ ਤਾਂ ਤੁਹਾਨੂੰ ਹੁਣ ਖੁੱਲੀ ਛੁੱਟੀ ਦੇਤੀ ਹੈ ਮੈਡਮ ਕਿ ਤੁਸੀਂ ਜਿਹੜਾ ਮੇਰੀ ਮੰਨ ਨਹੀਂ ਰਹੇ। ਤੇ ਇਸ ਕਰਕੇ ਜਿਹੜੀ ਤੁਹਾਡੇ ਕੋਲ ਜਿਹੜੇ ਬੰਦੇ ਹੈਗੇ ਇਹਨਾਂ ਵਾਲੇ ਜਿੰਨੇ ਵੀ ਬੰਦੇ ਕੰਮ ਕਰ ਰਹੇ ਨੇ, ਮੈਂ ਨਹੀਂ ਕਹਿੰਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੋਣ, ਸਾਰਿਆਂ ਨੂੰ ਚੱਕ ਕੇ ਤੁਸੀਂ ਹੁਣ ਬਿਲਕੁਲ ਅੰਦਰ ਦੇ ਸਕਦੇ ਆ। ਕਿਉਂਕਿ ਰਾਣਾ ਸਾਹਿਬ ਹੁਣ ਤੁਹਾਨੂੰ ਕੁਝ ਨਹੀਂ ਕਹਿ ਸਕਦੇ। ਡਿਪਟੀ ਸਾਹਿਬ ਸਬ ਡਿਵੀਜ਼ਨ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਡਿਪਟੀ ਸਾਹਿਬ ਤੁਹਾਨੂੰ ਵੀ ਹੁਣ ਨਹੀਂ ਕੁਝ ਕਹਿਣ ਲੱਗੇ। ਰਾਣਾ ਸਾਹਿਬ ਹੁਣ ਜਿਹੜੇ ਬੰਦੇ ਆ ਜਿਹੜੇ ਤੁਹਾਡੇ ਨਾਲ ਬੈਠ ਕੇ ਆਣ ਕੇ ਚਾਹਾਂ ਪਿੰਡੇ ਲੋਕਾਂ ਦੇ ਫੈਸਲੇ ਕਰਾਉਣ ਜਾਂਦੇ ਆ, ਤਸਕਰ ਜਿਹੜੇ ਹੈਗੇ ਆ, ਉਹਨਾਂ ਨੂੰ ਫੜ ਕੇ ਅੰਦਰ ਦਵੋ। ਅਸੀਂ ਤੁਹਾਡੇ ਨਾਲ। ਤਾਂ ਰਾਣਾ ਗੁਰਜੀਤ ਦੇ ਵੱਲੋਂ ਬਕਾਇਦਾ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਤਾਂ ਨਸ਼ੇ ਦੇ ਖਿਲਾਫ ਸੂਬੇ ਦੇ ਲੋਕਾਂ ਦੇ ਨਾਲ ਵਚਨਬੱਧ ਹੈ ਪਰ ਕਿਤੇ ਨਾ ਕਿਤੇ ਪੁਲਿਸ ਦਾ ਜਿੰਨਾ ਕੁ ਸਾਥ ਬਣਦਾ ਚਾਹੀਦਾ ਉਹ ਨਹੀਂ ਮਿਲ ਰਿਹਾ। ਉਹਨਾਂ ਨੇ ਕਿਹਾ ਕਿ ਕਈ ਵਾਰ ਉਹਨਾਂ ਨੇ ਐਸਐਸਪੀ ਨੂੰ ਇਸ ਮੁਤਲਕ ਜਿਹੜਾ ਜਾਣਕਾਰੀ ਦਿੱਤੀ ਹੈ ਪਰ ਬਾਵਜੂਦ ਇਸ ਦੇ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਤਾਂ ਗੱਲ ਕਰਦੇ ਅਗਲੀ ਖਬਰ ਦੀ। ਵਿਧਾਇਕ ਨਵਤੇਜ ਚੀਮਾ ਦਾ ਨਾਰਾਜ਼ ਆਗੂਆਂ ਦੇ ਉੱਪਰ ਨਿਸ਼ਾਨਾ ਸਾਧੇ ਉਹਨਾਂ ਨੇ ਕਿਹਾ ਕਿ 4.5 ਸਾਲ ਤੱਕ ਕਿਉਂ ਚੁੱਪ ਰਹੇ ਇਹ ਆਗੂ, ਹੁਣ ਕਿਉਂ ਚੁੱਕ ਰਹੇ ਨੇ? ਸਵਾਲ ਤਾਂ ਆਪਣੇ ਹੀ ਨਾਰਾਜ਼ ਆਗੂਆਂ ਦੇ ਉੱਪਰ ਵਰੇ ਨੇ। ਵਿਧਾਇਕ ਨਵਤੇਜ ਚੀਮਾ ਉਹਨਾਂ ਨੇ ਕਿਹਾ ਕਿ ਆਪਣੀ ਹੀ ਸਰਕਾਰ ਦਾ ਕਰ ਰਹੇ ਨੇ ਨੁਕਸਾਨ। ਬਿਨਾਂ ਨਾਮ ਲਏ ਨਾਰਾਜ਼ ਆਗੂਆਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਜਿਸ ਦੇ ਵਿੱਚ ਪ੍ਰਤਾਪ ਬਾਜਵਾ, ਨਵਜੋਤ ਸਿੱਧੂ, ਸੁਖਜਿੰਦਰ ਰੰਧਾਵਾ, ਪ੍ਰਗਟ ਸਿੰਘ ਨੇ। ਤੁਹਾਨੂੰ ਦੱਸ ਦਈਏ ਕਿ ਆਪਣੀ ਸਰਕਾਰ ਦੇ ਉੱਪਰ ਸਵਾਲ ਚੁੱਕੇ ਸੀ ਔਰ ਹੁਣ ਨਵਤੇਜ ਚੀਮਾ ਨੇ ਉਹਨਾਂ ਦੇ ਉੱਪਰ ਹੀ ਸਵਾਲ ਖੜੇ ਕੀਤੇ ਨੇ ਕਿ ਆਖਿਰ 4.5 ਸਾਲ ਤੱਕ ਕਿਉਂ ਚੁੱਪ ਰਹੇ, ਹੁਣ ਆਪਣੀ ਸਰਕਾਰ ਦੇ ਉੱਪਰ ਉਂਗਲ ਕਿਉਂ ਕਰ ਰਹੇ ਨੇ, ਜਿਸ ਦਾ ਕਿ ਉਹਨਾਂ ਨੂੰ ਆਪਸ ਦੇ ਵਿੱਚ ਹੀ ਨੁਕਸਾਨ ਹੋਵੇਗਾ। ਮੈਂ ਨਾ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜਿਹੜੇ ਸਾਡੇ ਵਿਧਾਇਕ ਜਿਨ੍ਹਾਂ ਨੂੰ ਇੱਕੋ ਗੱਲ ਫੜੀ ਆ ਜੀ, ਬਹੁਤ ਮਾੜਾ ਅਸਰ ਹੋਊਗਾ। ਪਹਿਲਾਂ ਤਾਂ 4.5 ਸਾਲ ਸੁੱਤੇ ਰਹੇ ਆ, ਹੁਣ ਮਾੜਾ ਅਸਰ ਹੋਊਗਾ। ਇਹੋ ਜਿਹੀਆਂ ਗੱਲਾਂ ਕਰਕੇ ਤੁਸੀਂ ਪਾਰਟੀ ਤੇ ਆਪਣੇ ਸਾਥੀਆਂ ਦੇ ਪੈਰਾਂ ਤੇ ਘੋੜਾ ਬਣਾਉਣਾ ਚਾਹੁੰਦੇ ਆ। ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜਾਓ, ਕੰਮ ਕਰੋ, ਲੋਕਾਂ ਦੇ ਹਲਕਿਆਂ ਦੇ ਵਿੱਚ ਡਿਵੈਲਪਮੈਂਟ ਕਰੋ। ਇੰਨਾ ਪੈਸਾ ਆ ਔਰ ਕਿਸੇ ਦਾ ਕੋਈ ਜਿਹੜਾ ਕਰਾਂਗੇ ਤੇ ਲੋਕਾਂ ਨੇ ਵੋਟਾਂ ਪਾਉਣੀਆਂ, ਨਾ ਕਿ ਅਖਬਾਰਾਂ TV ਤੇ ਬਿਆਨ ਦੇ ਦਈਏ ਜੀ ਕੈਪਟਨ ਅਮਰਿੰਦਰ ਸਿੰਘ ਬੜਾ ਮਾੜਾ ਜੀ, ਸਰਕਾਰ ਬਹੁਤ ਮਾੜੀ ਆ। ਕਿਉਂ? ਪਹਿਲਾਂ ਤੇ ਉਹ ਚੰਗੇ ਸੀ, ਸਾਰੇ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ। ਇਹ ਵਿਰੋਧੀਆਂ ਦੇ ਹੱਥਾਂ ਦੇ ਵਿੱਚ ਨਾ ਖੇਡੋ। ਮੈਂ ਆਪਣੇ ਸਾਥੀਆਂ ਨੂੰ ਕਹਿਣਾ ਚਾਹੁੰਦਾ, ਇਹ ਗੱਲਾਂ ਕਰਕੇ ਵਿਰੋਧੀਆਂ ਦੇ ਹੱਥਾਂ 'ਚ ਨਾ ਖੇਡੋ ਤੇ ਆਪਣੇ ਸਾਥੀਆਂ ਦੇ ਭਵਿੱਖ ਤੇ ਜਿਹੜਾ ਸਵਾਲੀਆ ਨਿਸ਼ਾਨ ਨਾ ਲਾਓ। ਇਹ ਜਿਹੜੀਆਂ ਗੱਲਾਂ ਕਰਨੀਆਂ, ਇਹੋ ਜਿਹੀਆਂ ਕਰਾਉਣੀਆਂ, ਫਿਰ ਆਪਾਂ ਕਿੱਥੇ ਸੀ? ਪਹਿਲਾਂ ਅਸਤੀਫਾ ਦੇ ਦਿੰਦੇ ਆਪਾਂ, ਜਦੋਂ ਨਹੀਂ ਸੀ ਆਪਣਾ ਕੋਈ ਬੰਦਾ ਉਦੋਂ ਅਸਤੀਫਾ। ਦਿੱਲੀ ਦੇ ਮੋਰਚਿਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਜੁਟ ਚੁੱਕੇ ਨੇ ਕਿਸਾਨ। ਤਾਂ ਲਗਾਤਾਰ ਵੱਡੇ ਕਾਫਲੇ ਦਿੱਲੀ ਵੱਲ ਰਵਾਨਾ ਨੇ। ਅੱਜ ਕਰਨਾਲ ਤੋਂ ਕਿਸਾਨਾਂ ਦਾ ਕਾਫਲਾ ਦਿੱਲੀ ਦੇ ਵੱਲ ਰਵਾਨਾ ਹੋਇਆ। ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਨੂੰ ਜਾ ਰਹੇ ਨੇ ਔਰ ਗੁਰਨਾਮ ਸਿੰਘ ਜੁੜੂਨੀ ਦੀ ਅਗਵਾਈ ਦੇ ਵਿੱਚ ਜੱਥਾ ਅੱਜ ਵੱਡੇ ਕਾਫਲੇ ਦੇ ਵਿੱਚ ਜਿਹੜਾ ਰਵਾਨਾ ਹੋਇਆ। ਕਾਬਿਲੇ ਗੌਰ ਹੈ ਕਿ 26 ਮਈ ਨੂੰ ਦਿੱਲੀ ਮੋਰਚੇ ਨੂੰ 6 ਮਹੀਨੇ ਪੂਰੇ ਹੋ ਜਾਣਗੇ ਔਰ ਪੰਜਾਬ ਤੋਂ ਵੀ ਦਿੱਲੀ ਲਈ ਲਗਾਤਾਰ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਜਿਹੜੇ ਕਿਸਾਨ ਨੇ, ਆਗੂ ਨੇ, ਉਹ ਮੋਰਚਿਆਂ ਨੂੰ ਮਜ਼ਬੂਤ ਕਰਨ ਦੇ ਲਈ दिल्ली के बॉर्डर से रवाना हो रहे हैं। 3 कृषि कानूनों को लेकर किसान लगातार दिल्ली की तरफ कूच कर रहे हैं और ये काफिला दिल्ली की तरफ
जा रहा है। आप देख सकते हैं कि एक के बाद एक जो गाड़ियां हैं हजारों की संख्या में बस्तारा टोल प्लाजा से निकली हैं और दिल्ली सिंगू बॉर्डर की तरफ कूच कर रही हैं। ये तस्वीरें हम आपको जीटी रोड से दिखा रहे हैं। ये काफिला पानीपत की तरफ बढ़ता हुआ नजर आ रहा है। 3 कृषि कानूनों को लेकर किसान लगातार सरकार पर दबाव बनाने का प्रयास कर रहे हैं और किसानों की तरफ से खत भी लिखा गया है कि सरकार बातचीत करे, क्योंकि किसान भी बातचीत के लिए तैयार हैं और सरकार भी बातचीत के लिए तैयार है, लेकिन बातचीत होती हुई नजर नहीं आ रही है। हमारे साथ कुछ किसान हैं, उनसे बातचीत करना चाहेंगे। क्या कहना चाहेंगे? दिल्ली की तरफ कुछ कर रहे हैं। मैं तो पहले आपके चैनल का माध्यम से आप हमारे यहाँ कवरिंग लेने आए हैं और हम आपके चैनल का धन्यवाद करते हैं। और फिर हम अपने हजारों की संख्या में हमारे भाई किसान भाइयों जो चल रहे हैं, ये सड़क के ऊपर आगे देखो 5-7 किलोमीटर का इधर का पीछे लाइन है और 2-3 किलोमीटर के आगे की लाइन है। और जो किसान है, ये 3 कानून बना रखे हैं। प्रधानमंत्री नरेंद्र मोदी जी को सोचना चाहिए कि ये भारत देश एक कृषि प्रधान देश है और यहाँ पर छत्ती बलादरी किसानों के साथ चलती हैं। मजदूर हो, दुकानदार हो, व्यापारी हो, आड़ती भाई हो, कोई भी जैसे भी सब एक इनके साथ रीढ़ की हड्डी के संबंध है। किसान तो आगे बढ़ रहे हैं आप। हम दिल्ली की तरफ जा रहे हैं जी, 3 कानून के खिलाफ सरकार पर दबाव बनाने के लिए। क्या कहना चाहेंगे? दिल्ली की तरफ कुछ कर रहे हैं। हाँ जी, दिल्ली की तरफ जा रहे हैं सरकार पर दबाव बनाने के लिए। अगर सरकार चाहती है बातचीत से हल हो जाए किसानों की बातों का, तो हम तैयार हैं। तो आप देख सकते हैं कि काफिला लगातार आगे बढ़ता हुआ नजर आ रहा है। हजारों की संख्या में गाड़ियां दिल्ली की तरफ कूच कर रही है और 1 हफ्ते के लिए किसान वहीं पर डटे रहेंगे। किसानों की मांग है कि जो सरकार है वो 3 कृषि कानूनों को वापस ले ताकि किसान अपना आंदोलन जल्द खत्म कर सकें। न्यूज़ 18 के लिए करनाल से हिमांशु नारंग। उधर केस टकैत न्यूज़ 18 पंजाब ਦੇ ਉੱਪਰ ਬੀਜੇਪੀ ਦੇ ਉੱਪਰ ਵੱਡੇ ਹਮਲੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਲਈ ਨਹੀਂ ਬਲਕਿ ਦੇਸ਼ ਦੇ ਲਈ ਵੀ ਬੀਜੇਪੀ ਪਾਰਟੀ ਬੇहद ਖਤਰਨਾਕ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਇਹ ਪਾਰਟੀ ਤੋੜ ਦੇਵੇਗੀ। ਸਿੱਧੇ ਤੌਰ ਦੇ ਉੱਪਰ ਬੀਜੇਪੀ ਦੇ ਉੱਪਰ ਜੰਮ ਕੇ ਵਰੇ ਨੇ ਰਾਕੇਸ਼ ਟਕੈਤ। ਉਹਨਾਂ ਨੇ ਕਿਹਾ ਕਿ ਮੈਨੂੰ ਵਿਦੇਸ਼ਾਂ ਤੋਂ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਅਜੇ ਸਿਰਫ ਕਾਨੂੰਨ ਵਾਪਸੀ ਦੀ ਗੱਲ ਹੈ, ਸੱਤਾ ਵਾਪਸੀ ਦੀ ਨਹੀਂ। ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਉਦੋਂ ਤੱਕ ਘਰ ਵਾਪਸੀ ਕਿਸੇ ਵੀ ਹਾਲ ਦੇ ਵਿੱਚ ਨਹੀਂ ਹੋਵੇਗੀ। टिकैत साहब, सबसे पहले तो बहुत बहुत आपका धन्यवाद न्यूज़ 18 के साथ जुड़ने के लिए। टिकैत साहब, 26 मई की अगर हम बात करें, 6 महीने पूरे हो जाएंगे। लगातार आप लोगों का काम किया जा रहा है, लगातार आपकी अगुवाई में धरना प्रदर्शन किए जा रहे हैं। किस तरह से देखते हैं आप? देखो, सरकार को 7 साल हो जाएंगे और किसान आंदोलन को 6 महीने हो जाएंगे जी। सरकार बात सुन नहीं रही। तो 26 तारीख को ब्लैक डे मनाने की घोषणा करी है। उसमें अपने घरों पर झंडा लगाएं, काला झंडा लगाएं, अपनी गाड़ी पर लगाए, ट्रैक्टर पर लगाए, लेकिन उसी दिन वो बुद्ध पूर्णिमा है, बिल्कुल 26 तारीख को। तो ये है कि हम ये सुबह ही सुबह अपना काम कर लेंगे, 2 बजे के बाद में फिर ये जो पूर्णिमा है इसको फिर अपना लोग जिस हिसाब से चले, हमारा उनसे वो नहीं है, क्योंकि एक वो धार्मिक और उनका भी बड़ा समाज सुधार में बड़ा रोल रहा है। तो ये है कि हमारा ब्लैक डे का मतलब है कि हम काले झंडे लगाएंगे। कोई बड़ा प्रदर्शन वो नहीं कहीं पे भी है। कोविड गाइडलाइंस का हम पूरा पालन उसमें करेंगे अपने गांव में। और जो बुद्ध पूर्णिमा है वो भी हम लोग उसी दिन मनाएंगे, अपने जो बॉर्डर हैं उसके ऊपर भी मनाएंगे। और जहाँ जहाँ पे भी फंक्शन होता है वो सारे उसी कंटिन्यू हिसाब से चलते रहेंगे। तो दोनों दिन सौभाग्य है कि एक ही दिन पड़ रहा, हम वो भी मनाएंगे और जो हमारा 6 महीने पूरे हो जाएंगे हम उसको भी मनाएंगे। ठीक है। टिकैत साहब, एक बड़ा सीधा सा सवाल है कि जो 3 कानून हैं जो लगातार आप जो डिमांड कर रहे हैं, उसके अलावा, क्योंकि अभी तक कोई सोल्यूशन जो है वो नहीं निकल पा रहा, कोई बातचीत जनवरी के बाद नहीं हो पाई है, उसके अलावा अगर सरकार कोई नया प्रपोजल देती है तो क्या आप विचार कर सकते हैं? ये बातचीत वहीं कमरे की बात है, वहीं होगी जी। ये तो 12 दौर की तो वार्ता होगी, बिल्कुल। मतलब हम अपनी तरफ से कहे जाओ, सरकार जब बात कर ही नहीं रही, आ ही नहीं रही, सरकार है कहाँ, उसको तो तलाश कर रहे हैं हम कहाँ हैं, बिल्कुल।
जो भी बातचीत होगी वो अंदर होगी। बिल्कुल। अब अभी कोई बातचीत का दौर आपका चल रहा है आपस में, क्योंकि जनवरी से जैसे फिर वही बात आ गई, जनवरी से लेके अभी तक टिल नाउ किसी भी तरह से कोई बातचीत नहीं हुई, ना आपकी तरफ से ना सरकार की तरफ से? ना अभी तो कोई बात चलनी नहीं। ठीक है। और सरकार को जरूरत होगी तो वो बात करेगी ना, हम तो उसके दरवाजे के बाहर बैठे हुए हैं। अच्छा। हाँ, दरवाजे के बाहर बैठे, सरकार बात करना चाहेगी, जब बात करना चाहेगी, जब सरकार से जो संयुक्त मोर्चा है वो बातचीत करेगा। लेकिन ये है कि आपका बड़ा स्टैंड है कि जब तक हम ना घर जाएंगे ना अपने डिस्ट्रिक्ट की सीमा में जाएंगे, बिल्कुल ना कहीं नहीं जाएंगे, आप वहीं पर स्टैंड, वहीं रहेंगे, वहीं अपने मकान बना लिए, वहीं अपना रह रहे। ठीक है। हमारा ना कोई घर परिवार से कोई मतलब है, ना हमारा किसी और से मतलब है। हमारा है कि किसान आंदोलन से, जब तक किसान वहाँ से जीत कर नहीं जाएगा, किसान सम्मान के साथ में अपने घर नहीं जाएगा, जब तक हम चैन से बैठने वाले नहीं हैं। चंडीगढ़ से कैमरामैन अजय कुमार के साथ मनोज राठी, न्यूज़ 18 पंजाब। ਉਧਰ ਚੰਡੀਗੜ੍ਹ ਦੇ ਨਿੱਜੀ ਹਸਪਤਾਲ ਦੀ ਅਪੀਲ ਹੈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਹਸਪਤਾਲ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕੋਵਿਡ ਇਲਾਜ ਦੇ ਚਾਰਜ ਵਧਾਉਣ ਦੀ ਅਪੀਲ ਹਸਪਤਾਲ ਵੱਲੋਂ ਕੀਤੀ ਗਈ ਹੈ। ਨਿੱਜੀ ਹਸਪਤਾਲਾਂ ਨੇ ਪ੍ਰਸ਼ਾਸਨ ਦੇ ਨਾਮ ਤੇ ਇੱਕ ਚਿੱਠੀ ਵੀ ਲਿਖੀ ਹੈ, ਜਿਸ ਦੇ ਵਿੱਚ ਕੋਵਿਡ ਇਲਾਜ ਦੇ ਚਾਰਜ ਵਧਾਉਣ ਦੀ ਮੰਗ ਕੀਤੀ ਗਈ ਹੈ। ਤਾਂ ਚੰਡੀਗੜ੍ਹ ਦੇ ਨਿੱਜੀ ਹਸਪਤਾਲ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ, ਜਿਸ ਦੀ ਚਿੱਠੀ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਂ ਤੇ ਲਿਖੀ ਗਈ ਹੈ, ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਿਹੜਾ ਕੋਵਿਡ ਦਾ ਇਲਾਜ ਚੱਲ ਰਿਹਾ ਉਹਨਾਂ ਹਸਪਤਾਲਾਂ ਦੇ ਵਿੱਚ ਉਸ ਦੇ ਚਾਰਜ ਵਧਾਉਣ ਦੀ ਜਿਹੜੀ ਹੈ ਉਹ ਇੱਕ ਤਰੀਕੇ ਨਾਲ ਆਗਿਆ ਮੰਗੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਤੋਂ ਇੱਕ ਚਿੱਠੀ ਦੇ ਮਾਧਿਅਮ ਰਾਹੀਂ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜਾ ਚਾਰਜ ਹੈ ਕੋਵਿਡ ਦੇ ਇਲਾਜ ਦੇ ਲਈ ਉਸ ਨੂੰ ਵਧਾਇਆ ਜਾਵੇ, ਜਿਸ ਮੁਤਲਕ ਉਹਨਾਂ ਨੇ ਆਪਣੀ ਜਿਹੜੀ ਅਰਜ਼ੀ ਹੈ ਚਿੱਠੀ ਦੇ ਰੂਪ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜੀ ਔਰ ਜ਼ਿਕਰ ਕੀਤਾ ਗਿਆ ਕਿ ਜਲਦ ਤੋਂ ਜਲਦ ਇਸ ਚਿੱਠੀ ਦੇ ਉੱਪਰ ਅਮਲ ਕੀਤਾ ਜਾਵੇ ਔਰ ਜਿਹੜੀ ਕੋਵਿਡ ਦੇ ਇਲਾਜ ਕਰਾਉਣ ਦੇ ਲਈ ਪੇਸ਼ੈਂਟ ਨਿੱਜੀ ਹਸਪਤਾਲਾਂ ਦੇ ਵਿੱਚ ਆ ਰਹੇ ਨੇ ਉਸ ਦਾ ਇਲਾਜ ਦੇ ਜਿਹੜੇ ਚਾਰਜ ਨੇ ਉਸ ਦੇ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ। ਤਾਂ ਹੁਣ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਪ੍ਰਸ਼ਾਸਨ ਇਸ ਚਿੱਠੀ ਨੂੰ ਕਿਸ ਤਰੀਕੇ ਦੇ ਨਾਲ ਦੇਖਦਾ, ਕਿ ਉਹਨਾਂ ਦੀ ਮੰਗ ਨੂੰ ਮੰਨਦਾ ਜਾਂ ਫਿਰ ਆਪਣਾ ਕੋਈ ਹੋਰ ਜਿਹੜਾ ਹੈ ਉਹ ਫਰਮਾਨ ਜਾਰੀ ਕਰਦਾ। ਫਿਲਹਾਲ ਨਿੱਜੀ ਹਸਪਤਾਲਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜੇ ਕੋਵਿਡ ਦਾ ਇਲਾਜ ਆ ਉਸ ਦੇ ਇਲਾਜ ਦੇ ਲਈ ਜਿਹੜੇ ਰੇਟ ਤੈਅ ਕੀਤੇ ਗਏ ਨੇ ਉਸ ਦੇ ਵਿੱਚ ਚਾਰਜ ਦੇ ਵਿੱਚ ਵਾਧਾ ਕਰਨ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ। ਤਾਂ ਇੱਥੇ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਖਬਰਾਂ ਜਾਰੀ ਨੇ, ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।